ਜਦ ਵੀ ਆਪਾਂ ਕਿਸੇ ਚੀਜ਼ ਦੀ ਸ਼ਾਪਿੰਗ ਕਰਨ ਲਈ ਜਾਂਦੇ ਆ, ਚਾਹੇ ਉਹ ਫਰਨੀਚਰ ਹੋਵੇ ਜਾਂ ਕੱਪੜੇ ਹੋਣ ਜਾਂ ਕੋਈ ਵੀ ਅਸੈਸਰੀ ਹੋਵੇ, ਤਾਂ ਆਪਾਂ ਨੂੰ ਬਹੁਤ ਵਾਰ ਇਨਫ ਨਹੀਂ ਲੱਗਦਾ। ਆਪਾਂ ਨੂੰ ਲੱਗਦਾ ਕਿ ਯਾਰ ਹਾਲੇ ਤਾਂ ਮੈਂ ਹੋਰ ਸ਼ਾਪਿੰਗ ਕਰਨੀ ਸੀ। ਐਂਡ ਜੇ ਕਿਤੇ ਆਪਾਂ ਨੂੰ ਸ਼ਾਪਿੰਗ ਕਰਦੇ ਟਾਈਮ ਕੁਝ ਐਕਸਾਈਟਿੰਗ ਆਫਰ ਮਿਲ ਜਾਣ, ਜਿਵੇਂ ਕਿ ਬਾਏ 1 ਗੈਟ 1 ਫ੍ਰੀ, 40-50% ਆਫ ਜਾਂ ਕੈਸ਼ਬੈਕ ਆਫਰ, ਤਾਂ ਆਪਾਂ ਆਪਦੇ ਆਪ ਨੂੰ ਹੋਰ ਸ਼ਾਪਿੰਗ ਕਰਨ ਤੋਂ ਰੋਕ ਨਹੀਂ ਪਾਉਂਦੇ। ਤਾਂ ਕਰਕੇ ਹੀ ਕੰਪਨੀਜ਼ ਐਂਡ ਬ੍ਰਾਂਡਸ ਇਹ ਐਕਸਾਈਟਿੰਗ ਆਫਰਸ ਲਾਉਂਦੀਆਂ ਨੇ ਕਿ ਤਾਂ ਕਿ ਕੰਜ਼ਿਊਮਰ ਹੋਰ ਜ਼ਿਆਦਾ ਐਕਸਾਈਟਡ ਹੋਣ ਸ਼ਾਪਿੰਗ ਕਰਨ ਦੇ ਲਈ ਐਂਡ ਉਹਨਾਂ ਦੀਆਂ ਸੇਲਸ ਹੋਰ ਬੂਸਟ ਅਪ ਹੋਣ। ਤਾਂ ਇਵੇਂ ਦੇ ਹੀ ਸੇਮ ਆਫਰ ਆਪਾਂ ਨੂੰ ਸਟਾਕ ਮਾਰਕੀਟ ਦੇ ਵਿੱਚ ਮਿਲ ਜਾਂਦੇ ਨੇ। ਜੀ ਹਾਂ, ਸਟਾਕ ਮਾਰਕੀਟ ਦੇ ਵਿੱਚ ਕੰਪਨੀਜ਼ ਬਹੁਤ ਸਾਰੇ ਤਰੀਕਿਆਂ ਨਾਲ ਇਨਵੈਸਟਰਸ ਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਹੈਲੋ ਟੂ ਐਵਰੀਵਨ, ਮੈਂ ਹਾਂ ਜਸ਼ਨ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਬੋਨਸ ਇਸ਼ੂ ਕੀ ਹੁੰਦੇ ਨੇ, ਇਸ ਦੇ ਨਾਲ ਕੰਪਨੀਜ਼ ਐਂਡ ਇਨਵੈਸਟਰਸ ਦੋਨਾਂ ਨੂੰ ਹੀ ਕੀ ਫਾਇਦੇ ਹੁੰਦੇ ਨੇ ਐਂਡ ਕੋਈ ਵੀ ਕੰਪਨੀ ਬੋਨਸ ਸ਼ੇਅਰ ਇਸ਼ੂ ਕਿਉਂ ਕਰਦੀ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬੋਨਸ ਇਸ਼ੂ ਦੇ ਬਾਰੇ 'ਚ। ਜਿਵੇਂ ਕਿ ਆਪਾਂ ਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਕਿ ਕਿਸੇ ਚੀਜ਼ ਦੇ ਉੱਪਰ ਬੋਨਸ ਮਿਲ ਰਿਹਾ, ਤਾਂ ਬੋਨਸ ਇਸ਼ੂ ਦੇ ਵਿੱਚ ਆਪਾਂ ਨੂੰ ਐਡੀਸ਼ਨਲ ਸ਼ੇਅਰਸ ਮਿਲਦੇ ਨੇ, ਉਹ ਵੀ ਫ੍ਰੀ ਦੇ ਵਿੱਚ। ਐਂਡ ਇਹਨਾਂ ਫ੍ਰੀ ਐਡੀਸ਼ਨਲ ਸ਼ੇਅਰਸ ਨੂੰ ਹੀ ਆਪਾਂ ਬੋਨਸ ਇਸ਼ੂ ਕਹਿੰਦੇ ਆ। ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ ਕਿ ਜਦ ਵੀ ਕੋਈ ਕੰਪਨੀ ਪ੍ਰੋਫਿਟ ਅਰਨ ਕਰਦੀ ਆ, ਤਾਂ ਜਾਂ ਤਾਂ ਉਹ ਆਪਣੇ ਪ੍ਰੋਫਿਟ ਨੂੰ ਰਿਟੇਨ ਕਰ ਲੈਂਦੀ ਆ ਫॉर ਫਿਊਚਰ ਐਂਡ ਜਾਂ ਫਿਰ ਉਹ ਉਸੇ ਪ੍ਰੋਫਿਟ ਨੂੰ ਐਜ਼ ਅ ਡਿਵੀਡੈਂਡ ਦੇ ਦਿੰਦੀ ਆ ਆਪਦੇ ਸ਼ੇਅਰ ਹੋਲਡਰਸ ਨੂੰ। ਤਾਂ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਜਾਂ ਆਈ ਬਟਨ ਤੇ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ। ਬਟ ਕੰਪਨੀ ਦੇ ਕੋਲ ਪ੍ਰੋਫਿਟ ਰਿਟੇਨ ਕਰਨ ਐਂਡ ਡਿਵੀਡੈਂਡ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ, ਜਿਵੇਂ ਕਿ ਬੋਨਸ ਇਸ਼ੂ, ਬਾਏਬੈਕ ਐਕਸੈਟਰਾ। ਤਾਂ ਬੋਨਸ ਇਸ਼ੂ ਦੇ ਵਿੱਚ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਉਹਨਾਂ ਦੇ ਹੋਲਡ ਕੀਤੇ ਹੋਏ ਸ਼ੇਅਰਸ ਦੇ ਉੱਪਰ ਹੀ ਐਕਸਟਰਾ ਸ਼ੇਅਰ ਮਿਲ ਜਾਂਦੇ ਨੇ ਐਂਡ ਇਹ ਇਸ਼ੂ ਇੱਕ ਰੇਸ਼ੀਓ ਤੇ ਹੀ ਡਿਸਾਈਡ ਹੁੰਦਾ। ਜਿਵੇਂ ਕਿ ਸਪੋਜ਼ ਕਰੋ ਕਿਸੇ ਵੀ ABC ਲਿਮਟਿਡ ਕੰਪਨੀ ਨੇ ਬੋਨਸ ਇਸ਼ੂ ਅਨਾਉਂਸ ਕੀਤਾ 4.1 ਰੇਸ਼ੀਓ ਦਾ ਐਂਡ ਆਪਣੇ ਕੋਲ ਆਲਰੇਡੀ ਇਸ ਕੰਪਨੀ ਦੇ 100 ਸ਼ੇਅਰਸ ਹੈਗੇ ਨੇ 200 ਰੁਪਏ ਪਰ ਸ਼ੇਅਰ ਦੇ ਹਿਸਾਬ ਨਾਲ, ਤਾਂ ਆਪਣੀ ਟੋਟਲ ਇਨਵੈਸਟਮੈਂਟ ਹੋ ਗਈ 20,000 ਰੁਪਇਆ। ਐਂਡ ਹੁਣ 4.1 ਰੇਸ਼ੀਓ ਦੇ ਹਿਸਾਬ ਨਾਲ ਆਪਾਂ ਨੂੰ ਹਰ ਇੱਕ ਸ਼ੇਅਰ ਦੇ ਪਿੱਛੇ 4 ਸ਼ੇਅਰ ਫ੍ਰੀ ਦੇ ਵਿੱਚ ਮਿਲ ਜਾਣਗੇ। ਤਾਂ ਹੁਣ ਆਪਣੇ ਕੋਲ ਟੋਟਲ ਸ਼ੇਅਰਸ ਹੋ ਜਾਣਗੇ 500। 100 ਸ਼ੇਅਰਸ ਆਪਣੇ ਕੋਲ ਪਹਿਲਾਂ ਹੀ ਆਲਰੇਡੀ ਐਗਜ਼ਿਸਟਿੰਗ ਸ਼ੇਅਰਸ ਸਨ, ਤਾਂ ਹੁਣ 400 ਸ਼ੇਅਰ ਹੋਰ ਐਡ ਹੋ ਜਾਣਗੇ ਬੋਨਸ ਇਸ਼ੂ ਦੇ ਕਰਕੇ। ਬਟ ਹੁਣ ਇੱਥੇ ਸ਼ੇਅਰ ਪ੍ਰਾਈਸ ਦੇ ਵਿੱਚ ਚੇਂਜ ਆ ਜਾਵੇਗਾ, ਕਿਉਂਕਿ ਜਨਰਲੀ ਜਦ ਵੀ ਕੋਈ ਕੰਪਨੀ ਬੋਨਸ ਇਸ਼ੂ ਕਰਦੀ ਆ ਤਾਂ ਉਸ ਕੰਪਨੀ ਦੇ ਸ਼ੇਅਰ ਦਾ ਪ੍ਰਾਈਸ ਉਸਦੀ ਰੇਸ਼ੀਓ ਦੇ ਹਿਸਾਬ ਨਾਲ ਘਟ ਜਾਂਦਾ। ਮਤਲਬ ਜੋ ਬੋਨਸ ਇਸ਼ੂ ਹੋਇਆ 4.1 ਰੇਸ਼ੀਓ ਦਾ, ਤਾਂ ਰੇਸ਼ੀਓ ਦੇ ਹਿਸਾਬ ਨਾਲ ਸ਼ੇਅਰ ਪ੍ਰਾਈਸ ਵੀ 200 ਰੁਪਏ ਤੋਂ 40 ਰੁਪਏ ਹੋ ਜਾਵੇਗਾ। ਬਟ ਆਪਣੀ ਟੋਟਲ ਇਨਵੈਸਟਮੈਂਟ 20,000 ਰੁਪਇਆ ਹੀ ਰਹੇਗੀ, ਬਸ ਆਪਣੇ ਡੀਮੈਟ ਅਕਾਊਂਟ ਦੇ ਵਿੱਚ ਉਸ ਕੰਪਨੀ ਦੇ ਸ਼ੇਅਰਸ ਦੀ ਕੁਆਂਟੀਟੀ ਵੱਧ ਜਾਵੇਗੀ। ਤਾਂ ਹੁਣ ਇੱਥੇ ਇਹ ਸਮਝਣਾ ਜ਼ਰੂਰੀ ਆ ਕਿ ਜਦ ਕੋਈ ਵੀ ਕੰਪਨੀ ਬੋਨਸ ਇਸ਼ੂ ਕਰ ਰਹੀ ਹੁੰਦੀ ਆ ਤਾਂ ਉਹ ਆਪਣੇ ਉਹੀ ਪੈਸੇ ਦੇ ਨਾਲ ਬੋਨਸ ਇਸ਼ੂ ਕਰਦੀ ਹੈ ਜੋ ਉਹ ਰਿਟੇਨ ਕਰਨ ਵਾਲੀ ਸੀ ਫਿਊਚਰ ਗਰੋਥ ਦੇ ਲਈ। ਤਾਂ ਕੰਪਨੀ ਕਦੇ ਵੀ ਐਡੀਸ਼ਨਲ ਫੰਡ ਲੈ ਕੇ ਬੋਨਸ ਇਸ਼ੂ ਨਹੀਂ ਕਰਦੀ। ਤਾਂ ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਕੰਪਨੀ ਆਪਣੇ ਸ਼ੇਅਰਸ ਨੂੰ ਬੋਨਸ ਇਸ਼ੂ ਕਰਕੇ ਕਿਉਂ ਗਰਾਉਣਾ ਚਾਹੇਗੀ ਜਾਂ ਫਿਰ ਇਸ ਦੇ ਵਿੱਚ ਕੰਪਨੀ ਦੇ ਕੀ ਬੈਨੀਫਿਟਸ ਹੁੰਦੇ ਨੇ। ਤਾਂ ਬੋਨਸ ਇਸ਼ੂ ਤੋਂ ਕੰਪਨੀ ਦਾ ਪਹਿਲਾ ਮੋਟਿਵ ਇਹ ਹੁੰਦਾ ਕਿ ਸ਼ੇਅਰਸ ਨੂੰ ਅਫੋਰਡੇਬਲ ਬਣਾਉਣਾ ਤਾਂ ਕਿ ਹਰ ਕੋਈ ਉਸ ਨੂੰ ਬਾਏ ਕਰ ਸਕੇ। ਜਿਵੇਂ ਕਿ ਆਪਾਂ ਕੈਲਕੂਲੇਸ਼ਨ ਵਾਲੇ ਪਾਰਟ 'ਚ ਦੇਖਿਆ ਕਿ ਬੋਨਸ ਇਸ਼ੂ ਕਰਨ ਤੋਂ ਪਹਿਲਾਂ ABC ਲਿਮਟਿਡ ਦਾ ਸ਼ੇਅਰ ਪ੍ਰਾਈਸ ਸੀ 200 ਰੁਪਏ, ਜੋ ਕਿ ਮੇਬੀ ਹੋ ਸਕਦਾ ਕਈ ਲੋਕਾਂ ਨੂੰ ਕਾਸਟਲੀ ਲੱਗਦਾ ਹੋਵੇ। ਪਰ ਜਿਵੇਂ ਹੀ ਬੋਨਸ ਇਸ਼ੂ ਹੋਇਆ ਉਸ ਤੋਂ ਬਾਅਦ ਉਸ ਦਾ ਪ੍ਰਾਈਸ 40 ਰੁਪਏ ਹੋ ਗਿਆ, ਜੋ ਕਿ ਹੁਣ ਬਹੁਤ ਅਫੋਰਡੇਬਲ ਹੋ ਗਿਆ ਮੋਸਟਲੀ ਲੋਕਾਂ ਦੇ ਲਈ। ਐਂਡ ਇਸ ਦੇ ਨਾਲ ਕੰਪਨੀ ਆਪਦੇ ਸ਼ੇਅਰ ਹੋਲਡਰਸ ਦੇ ਉੱਪਰ ਟਰਸਟ ਵੀ ਕ੍ਰੀਏਟ ਕਰਦੀ ਆ, ਉਹਨਾਂ ਨੂੰ ਫ੍ਰੀ ਸ਼ੇਅਰ ਐਜ਼ ਅ ਰਿਵਾਰਡ ਦੇ ਕੇ। ਐਂਡ ਜਦ ਵੀ ਕੋਈ ਕੰਪਨੀ ਬੋਨਸ ਇਸ਼ੂ ਕਰਦੀ ਹੈ ਤਾਂ ਮਾਰਕੀਟ ਦੇ ਵਿੱਚ ਉਸ ਕੰਪਨੀ ਦੇ ਲਈ ਪੋਜ਼ਿਟਿਵ ਸੈਂਟੀਮੈਂਟ ਆ ਜਾਂਦਾ, ਇਹ ਦੇਖ ਕੇ ਕਿ ਕੰਪਨੀ ਆਪਦੇ ਸ਼ੇਅਰ ਹੋਲਡਰਸ ਦੇ ਨਾਲ ਕਿੰਨੀ ਕਮਿਟਡ ਆ। ਇਵਨ ਕੋਈ ਵੀ ਕੰਪਨੀ ਇਹ ਸਭ ਉਦੋਂ ਵੀ ਕਰ ਸਕਦੀ ਆ ਜਦੋਂ ਕਿਸੇ ਕੁਆਟਰ ਜਾਂ ਕਿਸੇ ਸਾਲ ਉਹਨਾਂ ਨੇ ਬਹੁਤ ਵਧੀਆ ਪ੍ਰੋਫਿਟ ਅਰਨ ਕੀਤਾ ਹੋਵੇ। ਬਟ ਮੋਸਟਲੀ ਕੰਪਨੀ ਇਸ ਦਾ ਰਿਵਾਰਡ ਕਿਸੇ ਵੀ ਸ਼ੇਅਰ ਹੋਲਡਰ ਨੂੰ ਐਜ਼ ਅ ਕੈਸ਼ ਨਹੀਂ ਦੇਣਾ ਚਾਹੁੰਦੀਆਂ, ਜਿਸ ਨੂੰ ਆਪਾਂ ਡਿਵੀਡੈਂਡ ਕਹਿੰਦੇ ਆ।
ਤਾਂ ਉਹ ਡਿਵੀਡੈਂਡ ਦੀ ਜਗ੍ਹਾ ਫ੍ਰੀ ਸ਼ੇਅਰਸ ਅਲਾਟ ਕਰ ਦਿੰਦੇ ਨੇ ਬੋਨਸ ਇਸ਼ੂ ਦੇ ਰੂਪ ਦੇ ਵਿੱਚ। ਇਵਨ ਇਸ ਦੇ ਨਾਲ ਉਹਨਾਂ ਦਾ ਓਵਰਆਲ ਸ਼ੇਅਰ ਕੈਪੀਟਲ ਵੀ ਇਨਕਰੀਜ਼ ਹੋ ਜਾਂਦਾ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਉਹੀ ABC ਲਿਮਟਿਡ ਦੀ ਗੱਲ ਕਰੀਏ ਤਾਂ ਬੋਨਸ ਇਸ਼ੂ ਤੋਂ ਪਹਿਲਾਂ ਉਹਨਾਂ ਦਾ ਸ਼ੇਅਰ ਕੈਪੀਟਲ ਸੀ 20 ਰੁਪਏ ਦੀ ਫੇਸ ਵੈਲਿਊ 'ਚ 1 ਕਰੋੜ ਸ਼ੇਅਰਸ, ਮਤਲਬ ਕਿ ਟੋਟਲ ਸ਼ੇਅਰ ਕੈਪੀਟਲ ਵਾਸ 20 ਕਰੋੜਸ। ਬਟ ਬੋਨਸ ਇਸ਼ੂ ਹੋਣ ਤੋਂ ਬਾਅਦ ਉਹਨਾਂ ਦਾ ਸ਼ੇਅਰ ਕੈਪੀਟਲ ਹੋ ਜਾਵੇਗਾ 100 ਕਰੋੜਸ, ਕਿਉਂਕਿ ਬੋਨਸ ਇਸ਼ੂ ਹੋਣ ਤੋਂ ਬਾਅਦ ਉਹਨਾਂ ਦੇ ਟੋਟਲ ਸ਼ੇਅਰਸ ਹੋ ਜਾਣਗੇ 5 ਕਰੋੜ। ਐਂਡ ਆਲਸੋ ਬੋਨਸ ਇਸ਼ੂ ਹੋਣ ਤੋਂ ਬਾਅਦ ਵੀ ਉਸ ਸ਼ੇਅਰ ਦੀ ਫੇਸ ਵੈਲਿਊ ਓਨੀ ਹੀ ਰਹਿੰਦੀ ਆ ਜੋ ਸੀ 20 ਰੁਪਏ। ਤਾਂ ਇਸ ਤਰ੍ਹਾਂ ਨਾਲ ਕੋਈ ਵੀ ਕੰਪਨੀ ਬਹੁਤ ਸਾਰੇ ਨਿਊ ਇਨਵੈਸਟਰਸ ਨੂੰ ਅਟਰੈਕਟ ਕਰਦੀ ਆ ਤਾਂ ਕਿ ਹੋਰ ਇਨਵੈਸਟਰਸ ਉਹਨਾਂ ਦੀ ਕੰਪਨੀ ਦੇ ਵਿੱਚ ਇਨਵੈਸਟ ਕਰਨ ਦੇ ਲਈ ਆਉਣ। ਤਾਂ ਹੁਣ ਦੇਖਦੇ ਹਾਂ ਕਿ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਇਸ ਦੇ ਨਾਲ ਕੀ ਫਾਇਦਾ ਹੁੰਦਾ। ਤਾਂ ਸਭ ਤੋਂ ਪਹਿਲਾਂ ਤਾਂ ਐਗਜ਼ਿਸਟਿੰਗ ਸ਼ੇਅਰ ਹੋਲਡਰਸ ਨੂੰ ਬੋਨਸ ਇਸ਼ੂ ਦੇ ਲਈ ਕੋਈ ਐਕਸਟਰਾ ਕਾਸਟ ਪੇ ਨਹੀਂ ਕਰਨੀ ਪੈਂਦੀ। ਐਂਡ ਸਪੈਸ਼ਲੀ ਇਹ ਉਹਨਾਂ ਇਨਵੈਸਟਰਸ ਦੇ ਲਈ ਬਹੁਤ ਕਾਰਗਰ ਹੁੰਦਾ ਜੋ ਲੌਂਗ ਟਰਮ ਮੋਟਿਵ ਦੇ ਨਾਲ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਨੇ, ਕਿਉਂਕਿ ਇਸ ਦੇ ਵਿੱਚ ਤੁਹਾਡੇ ਨੰਬਰ ਆਫ ਸ਼ੇਅਰਸ ਵੱਧ ਜਾਂਦੇ ਨੇ। ਐਂਡ ਜਦ ਫਿਊਚਰ ਦੇ ਵਿੱਚ ਕੰਪਨੀ ਦੇ ਸ਼ੇਅਰ ਦਾ ਪ੍ਰਾਈਸ ਵੱਧ ਜਾਂਦਾ ਤਾਂ ਉਸ ਦੇ ਨਾਲ ਉਸ ਦੇ ਰਿਟਰਨ ਦੇ ਵਿੱਚ ਵੀ ਬਹੁਤ ਵਧੀਆ ਪ੍ਰੋਫਿਟ ਹੁੰਦਾ। ਐਂਡ ਇਵਨ ਅਗਰ ਇਨ ਫਿਊਚਰ ਕੰਪਨੀ ਫਿਰ ਤੋਂ ਪ੍ਰੋਫਿਟ ਜਨਰੇਟ ਕਰ ਪਾਉਂਦੀ ਆ ਐਂਡ ਫਿਰ ਡਿਵੀਡੈਂਡ ਅਨਾਉਂਸ ਕਰਦੀ ਹੈ ਤਾਂ ਆਪਾਂ ਨੂੰ ਡਿਵੀਡੈਂਡ ਵੀ ਬਹੁਤ ਜ਼ਿਆਦਾ ਮਿਲੇਗਾ ਬਿਕੋਜ਼ ਆਫ ਨੰਬਰ ਆਫ ਸ਼ੇਅਰ ਇਨਕਰੀਜ਼ਸ ਡਿਊ ਟੂ ਬੋਨਸ ਇਸ਼ੂ। ਹੁਣ ਗੱਲ ਕਰਦੇ ਹਾਂ ਬੋਨਸ ਇਸ਼ੂ ਦੀ ਐਲੀਜੀਬਿਲਿਟੀ ਬਾਰੇ ਕਿ ਕਿਹੜੇ-ਕਿਹੜੇ ਲੋਕ ਬੋਨਸ ਇਸ਼ੂ ਦੇ ਲਈ ਐਲੀਜੀਬਲ ਹੁੰਦੇ ਨੇ। ਉਹ ਸਾਰੇ ਹੀ ਸ਼ੇਅਰ ਹੋਲਡਰਸ ਬੋਨਸ ਇਸ਼ੂ ਦੇ ਲਈ ਐਲੀਜੀਬਲ ਹੁੰਦੇ ਨੇ ਜਿਨ੍ਹਾਂ ਕੋਲ ਉਸ ਪਾਰਟਿਕੂਲਰ ਕੰਪਨੀ ਦੇ ਸ਼ੇਅਰ ਉਸ ਦੀ ਐਕਸ ਰਿਕਾਰਡ ਡੇਟ ਤੋਂ ਪਹਿਲਾਂ ਬਾਈ ਕੀਤੇ ਹੁੰਦੇ ਨੇ। ਤਾਂ ਹੁਣ ਇਹ ਐਕਸ ਰਿਕਾਰਡ ਡੇਟ ਕੀ ਹੁੰਦੀ ਆ? ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ T+2 ਟ੍ਰੇਡਿੰਗ ਡੇਜ਼ ਦਾ ਕਨਸੈਪਟ ਚੱਲਦਾ ਹੈ। ਜਿਵੇਂ ਕਿ ਆਪਾਂ ਅੱਜ ਸ਼ੇਅਰ ਪਰਚੇਜ਼ ਕਰਦੇ ਆ ਤਾਂ ਆਪਣੇ ਡੀਮੇਟ ਅਕਾਊਂਟ ਦੇ ਵਿੱਚੋਂ 2 ਦਿਨ ਬਾਅਦ ਰਿਫਲੈਕਟ ਹੁੰਦੇ ਨੇ। ਤਾਂ ਬੋਨਸ ਇਸ਼ੂ ਦੇ ਵਿੱਚ 2 ਇੰਪੋਰਟੈਂਟ ਡੇਟਸ ਹੁੰਦੀਆਂ ਨੇ, ਐਕਸ ਰਿਕਾਰਡ ਡੇਟ ਐਂਡ ਰਿਕਾਰਡ ਡੇਟ। ਤਾਂ ਸਪੋਜ਼ ABC ਲਿਮਟਿਡ ਨੇ ਅੱਜ ਬੋਨਸ ਇਸ਼ੂ ਅਨਾਉਂਸ ਕੀਤਾ ਐਂਡ ਕਿਹਾ ਕਿ ਉਸ ਦੀ ਰਿਕਾਰਡ ਡੇਟ ਹੋਵੇਗੀ 4th of June, ਤਾਂ ਉਸ ਦੀ ਐਕਸ ਰਿਕਾਰਡ ਡੇਟ ਹੋ ਜਾਵੇਗੀ ਉਸ ਤੋਂ 1 ਦਿਨ ਪਹਿਲਾਂ ਦੀ। ਐਂਡ ਜੇ ਤੁਸੀਂ ਕਿਸੇ ਵੀ ਬੋਨਸ ਇਸ਼ੂ ਲਈ ਐਲੀਜੀਬਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਉਸ ਕੰਪਨੀ ਦੇ ਸ਼ੇਅਰ ਰਿਕਾਰਡ ਡੇਟ ਤੱਕ ਤੁਹਾਡੇ ਡੀਮੇਟ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਨੇ, ਅਦਰਵਾਈਜ਼ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਬੋਨਸ ਇਸ਼ੂ ਦੇ ਲਈ। ਤਾਂ ਜਿਵੇਂ ਕਿ ਆਪਾਂ ਦੇਖਿਆ ਕਿ ਬੋਨਸ ਇਸ਼ੂ ਕੰਪਨੀਜ਼ ਐਂਡ ਇਨਵੈਸਟਰਸ ਦੋਨਾਂ ਦੇ ਲਈ ਹੀ ਫਾਇਦੇਮੰਦ ਹੁੰਦਾ। ਤਾਂ ਜੇਕਰ ਤੁਸੀਂ ਲੌਂਗ ਟਰਮ ਇਨਵੈਸਟਰ ਹੋ ਤਾਂ ਆਫ ਕੋਰਸ ਬੋਨਸ ਇਸ਼ੂ ਇੱਕ ਓਪਰਚੁਨਿਟੀ ਆ ਜੋ ਕਿ ਤੁਹਾਡੀ ਵੈਲਥ ਕ੍ਰੀਏਸ਼ਨ ਦੇ ਚਾਂਸਸ ਨੂੰ ਹੋਰ ਵਧਾ ਸਕਦੀ ਆ। ਕੰਪਨੀ ਦੇ ਇਹ ਸਾਰੇ ਆਫਰਸ ਹੁੰਦੇ ਹੀ ਤਾਂ ਨੇ ਕਿ ਉਹ ਕੰਪਨੀ ਨੂੰ ਇੱਕ ਵਧੀਆ ਫਿਊਚਰ ਗਰੋਥ ਦੇ ਸਕਣ। ਆਈ ਹੋਪ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਵੇਗੀ। ਤਾਂ ਸਟਾਕ ਮਾਰਕੀਟ ਰਿਲੇਟਡ ਹੋਰ ਵੀਡੀਓਜ਼ ਦੇ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਐਂਡ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਤਾਂ ਕਿ ਜੋ ਨਵੀਂ ਵੀਡੀਓ ਆਵੇ ਤੁਹਾਡੇ ਤੱਕ ਨੋਟੀਫਾਈ ਹੋ ਸਕੇ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਤੇ।